परम सत्कारयोग गुरमत दी क्लास अंदर जुड़ बैठी गुरु रूप साध संगत जी उड़ भागे हाँ। रोजाना की तरह गुरमत दी क्लास विच जुड़ चुके हाँ। आप सब संगतां दा तहे दिलों धन्नवाद है जी। आप सारियां संगतां बड़ा ही वड्डा उपराला करके रोजाना ही इस घड़ी नूं सफलियां बनाउण वास्ते ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਜੁੜ ਬੈਠ ਕੇ ਇਸ ਕਲਾਸ ਦੇ ਵਿੱਚ ਜੁੜ ਕੇ ਲਾਹਾ ਪ੍ਰਾਪਤ ਕਰਦੇ ਜੇ। ਸੋ ਅੱਜ ਜੋ ਅਸੀਂ ਅਸ਼ਟਪਦੀ ਵਿਚਾਰਨੀ ਹੈ, ਜੋ ਇਸ ਬਾਣੀ ਦੀ ਭਾਵ ਸ੍ਰੀ ਸੁਖਮਨੀ ਸਾਹਿਬ ਦੀ ਅਖੀਰਲੀ ਅਸ਼ਟਪਦੀ ਹੈ ਤੇ ਇਸ ਅਸ਼ਟਪਦੀ ਦਾ ਨਾਲ ਜਿਹੜਾ ਸ਼ਲੋਕ ਹੈ ਤੇ ਨਾਲ ਅਸ਼ਟਪਦੀ ਦੇ 4 ਪਦੇ ਅਸੀਂ ਵਿਚਾਰਨੇ ਹਨ। ਗੁਰੂ ਸਾਹਿਬ ਅੱਗੇ ਰਜੋਈ ਕਰੀਏ, ਪਾਤਸ਼ਾਹ ਰਹਿਮਤ ਕਰਨੀ। ਅਸੀਂ ਅਲਪ ਬੁੱਧੀ ਜੀਵ ਹਾਂ, ਆਪ ਰਹਿਮਤ ਕਰਕੇ ਆਪ ਆਪਣੇ ਇਸ ਪਾਵਨ ਬਾਣੀ ਦੇ ਅਰਥ ਔਰ ਆਪ ਇਸ ਬਾਣੀ ਦੇ ਨਾਲ ਸਾਡੀਆਂ ਮਨੋਬਿਰਤੀਆਂ ਨੂੰ ਜੋੜ ਕੇ ਆਪ ਸਾਨੂੰ ਇਹ ਬਖਸ਼ਿਸ਼ ਰੂਪੀ ਬਾਣੀ ਜਿਹੜੀ ਹੈ ਵਿਚਾਰਨ ਦੀ ਸਮਰੱਥਾ ਬਖਸ਼ਣੀ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਹੀ ਅਦਬ ਤੇ ਸਤਿਕਾਰ ਨਾਲ ਸਾਰੀ ਸੰਗਤ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਾਸ ਆਰੰਭ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਦਾਸ ਨੇ WhatsApp ਦੇ ਉੱਤੇ Facebook ਲਿੰਕ ਵੀ ਸ਼ੇਅਰ ਕੀਤਾ ਹੈ। ਜੇ ਕਿਸੇ ਨੇ Facebook ਦੇ ਉੱਤੇ ਜਾ ਕੇ ਵੀ ਜੁੜਨਾ ਹੋਵੇ, ਜਿਨ੍ਹਾਂ ਦੇ ਕੋਲੋਂ Zoom ਐਪ ਨਹੀਂ ਹੈਗਾ, ਤੇ ਉਹ ਇਸ ਲਿੰਕ ਨੂੰ ਓਪਨ ਕਰਕੇ ਜੁੜ ਸਕਦੇ ਹਨ। ਸੋ ਆਓ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ। ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਸ਼ਲੋਕ ਦਾ ਮੂਲ ਪਾਠ ਕਰਕੇ ਅਰਥ ਵਿਚਾਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਉਪਦੇਸ਼ ਕਰਦੇ ਹਨ ਕਿ ਹੇ ਭਾਈ, ਜਿਸ ਮਨੁੱਖ ਨੇ ਪੂਰਾ ਪ੍ਰਭ ਆਰਾਧਿਆ। ਹੁਣ ਇੱਥੇ ਐੜੇ ਨੂੰ ਕੰਨਾ ਹੈ ਜੀ, ਇਹ ਵਿਚਾਰਨਯੋਗ ਹੈ। ਐੜੇ ਨੂੰ ਕੰਨਾ, ਰਾਰੇ ਨੂੰ ਕੰਨਾ, ਧੱਦੇ ਨੂੰ ਸਿਹਾਰੀ ਤੇ ਐੜੇ ਨੂੰ ਕੰਨਾ। ਆਰਾਧਿਆ, ਆਰਾਧਿਆ ਨਹੀਂ ਪੜ੍ਹਨਾ, ਐੜਾ ਮੁਕਤਾ ਨਹੀਂ ਪੜ੍ਹਨਾ, ਐੜੇ ਨੂੰ ਕੰਨਾ ਲਾ ਕੇ ਪੜ੍ਹਨਾ ਹੈ ਜੀ। ਆਰਾਧਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਮਨੁੱਖ ਨੇ ਸਦਾ ਸਥਿਰ ਅਟਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਇਹ ਭਾਈ ਐਸੇ ਪ੍ਰਭੂ ਦੇ ਗੁਣ ਗਾ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਜਿਸ ਦਾ ਨਾਂ ਜਿਹੜਾ ਹੈ ਸਦਾ ਅਟਲ ਹੈ, ਸੰਪੂਰਨ ਹੈ, ਉਸ ਪ੍ਰਭੂ ਦੇ ਨਾਮ ਨੂੰ ਸਿਮਰ। ਕਿਉਂਕਿ ਨਾਨਕ ਪੂਰਾ ਪਾਇਆ, ਪੂਰੇ ਕੀ ਗੁਣ ਗਾਓ। ਇਹ ਭਾਈ ਇਸ ਸੰਸਾਰ ਦੇ ਉੱਤੇ ਉਸ ਪੂਰਨ ਪ੍ਰਭੂ ਦੇ ਗੁਣ ਗਾ, ਕਿਉਂਕਿ ਉਹ ਪੂਰਨ ਪ੍ਰਭੂ ਨਾਨਕ ਪੂਰਾ ਪਾਇਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮੈਂ ਉਸ ਪੂਰਨ ਪ੍ਰਭੂ ਨੂੰ ਮਿਲ ਪਿਆ ਹਾਂ, ਮੈਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ। ਇਸ ਕਰਕੇ ਹੀ ਭਾਈ ਸਾਰੀ ਸੰਗਤ ਜਿਹੜੀ ਹੈ ਉਸ ਪੂਰਨ ਪ੍ਰਭੂ ਦੇ ਪੂਰਨ ਗੁਣ ਗਾਓ, ਸਦਾ ਉਹਦੇ ਗੁਣਾਂ ਨੂੰ ਯਾਦ ਕਰੋ, ਕਿਉਂਕਿ ਇਸ ਧਰਤੀ ਦਾ ਮਾਲਕ ਉਹ ਪ੍ਰਮਾਤਮਾ ਹੀ ਹੈ। ਇਸ ਲਈ ਹੈ ਭਾਈ ਉਸ ਪੂਰਨ ਪ੍ਰਭੂ ਦੇ ਸਦਾ ਗੁਣ ਗਾ। ਸੋ ਗੁਰੂ ਸਾਹਿਬ ਨੇ ਇਸ
ਸ਼ਲੋਕ ਦੇ ਅੰਦਰ ਸਾਨੂੰ ਸਮਝਾਇਆ ਹੈ। ਫਿਰ ਮੈਂ ਆਪ ਜੀ ਦੇ ਨਾਲ ਇੱਕ ਵਾਰੀ ਵਿਚਾਰ ਕਰਦੇ ਹਾਂ ਕਿ ਜਿਸ ਮਨੁੱਖ ਨੇ ਸਦਾ ਸਥਿਰ ਅਟਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ। ਇਸ ਲਈ ਹੇ ਭਾਈ, ਤੂੰ ਵੀ ਉਸ ਪ੍ਰਭੂ ਨੂੰ ਗਾ, ਉਹਦੇ ਗੁਣ ਗਾ, ਉਹਦੇ ਨਾਮ ਨੂੰ ਸਿਮਰ। ਅਸ਼ਟਪਦੀ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ। ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਅਸ਼ਟਪਦੀ ਦਾ ਆਰੰਭ ਇੱਥੋਂ ਕਰਦੇ ਹਨ ਕਿ ਜਿਹੜਾ ਤੇਰਾ ਗੁਰੂ ਹੈ, ਪੂਰਨ ਗੁਰੂ ਹੈ, ਜਿਹੜੀ ਸਮਰੱਥਾ ਰੱਖਦਾ ਹੈ, ਤਾਕਤ ਰੱਖਦਾ ਹੈ ਕਿ ਤੈਨੂੰ ਇਸ ਸੰਸਾਰ ਸਮੁੰਦਰ ਤੋਂ, ਭਵਜਲ ਸਮੁੰਦਰ ਦੇ ਵਿੱਚੋਂ ਬਾਂਹ ਫੜ ਕੇ ਬਾਹਰ ਕੱਢ ਸਕਦਾ ਹੈ, ਉਸ ਪੂਰੇ ਗੁਰੂ ਦਾ ਉਪਦੇਸ਼ ਸੁਣ। ਮਨ ਨੂੰ ਸੰਬੋਧਨ ਕੀਤਾ, ਪੂਰੇ ਗੁਰ ਕਾ ਸੁਣ ਉਪਦੇਸ਼। ਇਹ ਮਨ, ਪੂਰੇ ਸਤਿਗੁਰੂ ਦੀ ਸਿੱਖਿਆ ਸੁਣ। ਕਿਹੜੀ ਸਿੱਖਿਆ ਹੈ? ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਭਾਈ, ਉਸ ਅਕਾਲ ਪੁਰਖ ਨੂੰ ਹਰ ਥਾਂ ਨੇੜੇ ਜਾਣ। ਪਾਰ ਬ੍ਰਹਮ ਨਿਕਟ, ਆਪਣੇ ਨੇੜੇ ਵੇਖ। ਕਰ ਪੇਖ, ਪੇਖ ਦਾ ਭਾਵ ਅਰਥ ਹੈ ਵੇਖਣਾ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਪੂਰੇ ਗੁਰੂ ਦਾ ਉਪਦੇਸ਼ ਸੁਣ, ਤੇ ਫਿਰ ਉਪਦੇਸ਼ ਸੁਣ ਕੇ ਪਾਰ ਬ੍ਰਹਮ ਨੂੰ ਆਪਣੇ ਨੇੜੇ ਵੇਖ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਹ ਭਾਈ, ਹਰ ਦਮ ਸਾਸ ਸਾਸ, ਜਿਹੜਾ ਸਾਹ ਲੈਣਾ ਨਾ ਤੂੰ, ਇੱਕ ਸਾਹ ਲੈਣਾ ਹੈ, ਫਿਰ ਅੰਦਰ ਜਾਂਦਾ ਹੈ, ਫਿਰ ਸਾਹ ਲੈਣਾ ਹੈ, ਹਰ ਸਵਾਸ ਦੇ ਨਾਲ ਉਸ ਗੋਬਿੰਦ ਭਾਵ ਧਰਤੀ ਨੂੰ ਪੈਦਾ ਕਰਨ ਵਾਲੇ, ਧਰਤੀ ਦੇ ਮਾਲਕ ਪ੍ਰਮਾਤਮਾ ਨੂੰ ਯਾਦ ਕਰ। ਹਰ ਸਾਸ ਦੇ ਨਾਲ, ਹਰ ਦਮ ਦੇ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰ। ਤੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਹੋਏਗਾ ਕਿ ਸਤਿਗੁਰੂ ਜੀ ਕਹਿੰਦੇ ਮਨ ਅੰਤਰ ਕੀ, ਮਨ ਦੇ ਅੰਦਰ ਦੀ ਜਿਹੜੀ ਚਿੰਤਾ ਜਿਹੜੀ ਹੈ ਨਾ, ਜਿਸ ਚਿੰਤਾ ਦੇ ਵਿੱਚ ਤੂੰ, ਜਿਸ ਫਿਕਰ ਦੇ ਵਿੱਚ ਤੂੰ ਲੱਗਾ ਹੋਇਆ, ਤੇਰੇ ਅੰਤਰ ਆਤਮੇ ਦੀ ਚਿੰਤਾ ਖਤਮ ਨਹੀਂ ਹੁੰਦੀ। ਉਹ ਫਿਰ ਤੇਰੇ ਮਨ ਦੇ ਅੰਦਰ ਦੀ ਜਿਹੜੀ ਚਿੰਤਾ ਹੈ ਉਹ ਉਤਰ ਜਾਏਗੀ। ਮਨ ਅੰਤਰ ਕੀ ਉਤਰੈ ਚਿੰਦ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ। ਗੁਰੂ ਸਾਹਿਬ ਕਹਿੰਦੇ ਨੇ, ਹੇ ਮਨ, ਇਸ ਧਰਤੀ ਦੇ ਉੱਤੇ ਜਿਹੜੀਆਂ ਨਾ ਰਹਿਣ ਵਾਲੀਆਂ ਚੀਜ਼ਾਂ ਨੇ ਨਾ, ਆਸ ਅਨਿਤ ਤਿਆਗਹੁ ਤਰੰਗ। ਅਨਿਤ ਕਹਿੰਦੇ ਨੇ ਜਿਹੜੀਆਂ ਧਰਤੀ ਦੇ ਉੱਤੇ ਨਾ ਰਹਿਣ ਵਾਲੀਆਂ ਚੀਜ਼ਾਂ, ਤਰੰਗ ਕਹਿੰਦੇ ਨੇ ਲਹਿਰਾਂ ਨੂੰ। ਤੇਰੇ ਮਨ ਦੇ ਅੰਦਰ ਜਿਹੜੀਆਂ ਲਹਿਰਾਂ ਚੱਲਦੀਆਂ ਨੇ ਨਾ, ਕਿ ਮੈਂ ਆਹ ਪਾ ਲਵਾਂ, ਮੈਂ ਉਹ ਪਾ ਲਵਾਂ, ਮੈਂ ਇੱਥੋਂ ਖਰੀਦ ਲਵਾਂ, ਮੈਂ ਉੱਥੋਂ ਖਰੀਦ ਲਵਾਂ। ਗੁਰੂ ਸਾਹਿਬ ਕਹਿੰਦੇ ਨੇ ਇਹ ਆਸਾਂ ਲਾ ਦੇ। ਇਹ ਮਨ ਦੇ ਅੰਦਰ ਜਿਹੜੀਆਂ ਤਰੰਗਾਂ ਉੱਠਦੀਆਂ ਨੇ ਨਾ ਬਾਰ-ਬਾਰ, ਇਹਨਾਂ ਤਰੰਗਾਂ ਨੂੰ ਛੱਡ ਦੇ। ਇਹ ਆਸਾਂ ਦੀਆਂ ਤਰੰਗਾਂ ਨੂੰ ਛੱਡ ਦੇ। ਤੇ ਕਰਨਾ ਕੀ ਹੈ? ਜਿਹੜੇ ਸੰਤ ਜਨ ਨੇ ਨਾ, ਜਿਹੜੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦੇ ਨੇ, ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ, ਹੇ ਭਾਈ, ਸਦਾ ਗੁਰੂ ਅੱਗੇ ਅਰਜ਼ੋਈ ਕਰ। ਕਿਉਂਕਿ ਉਸ ਪੂਰਨ ਪ੍ਰਭੂ ਦਾ ਨਾਮ ਲੈਣਾ ਹੈ ਤੇ ਸੰਤ ਜਨਾਂ ਦੇ ਪੈਰਾਂ ਦੀ ਖਾਕ ਲੈਣੀ ਪਵੇਗੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਜਿਹੜੀਆਂ ਨਾ ਰਹਿਣ ਵਾਲੀਆਂ ਚੀਜ਼ਾਂ ਦੀਆਂ ਆਸਾਂ ਨੇ, ਉਹਨਾਂ ਦੀਆਂ ਆਸਾਂ ਨੂੰ ਛੱਡ ਦੇ ਤੇ ਸਦਾ ਉਸ ਗੁਰੂ ਦੇ ਕੋਲੋਂ ਤੇਰੇ ਮਨ ਦੀ ਮੰਗ ਕੀ ਹੋਵੇ ਕਿ ਮੈਨੂੰ ਸੰਤ ਜਨਾਂ ਦੇ ਪੈਰਾਂ ਦੀ ਖਾਕ ਦੇ। ਸੰਤ ਜਨਾਂ ਕੀ ਧੂਰ ਮਨ ਮੰਗ। ਇਹ ਮੇਰੇ ਮਨ, ਕੀ ਮੰਗਣਾ ਹੈ? ਸੰਤ ਜਨਾਂ ਦੇ ਚਰਨਾਂ ਦੀ ਧੂਰ। ਤੇ ਫਿਰ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਗੁਰੂ ਸਾਹਿਬ ਕਹਿੰਦੇ ਨੇ ਕਿ ਆਪਾ ਭਾਵ ਛੱਡ ਦਿਓ। ਜਿਹੜਾ ਕਹਿੰਦਾ ਨਾ ਮੈਂ, ਮੇਰੀ ਮੇਰੀ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਸੰਸਾਰ ਦੇ ਉੱਤੇ ਤੇ ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ।
ਵੇਖੋ ਭਾਈ, ਬੜੇ ਬੜੇ ਵੱਡੇ ਰਾਜੇ ਆਏ ਨੇ ਤੇ ਅੰਤ ਸਮੇਂ ਜਿਹੜੇ ਆ ਹਰ ਇੱਕ ਦੀ ਸਰੀਰ ਨੂੰ ਜਲਾ ਦੇਣਾ, ਜੇ ਸੁੱਟ ਦੇਣਾ ਤੇ ਉਹਨਾਂ ਨੂੰ ਪਸ਼ੂਆਂ ਨੇ ਮਾਫ ਕਰਨਾ, ਜਾਨਵਰਾਂ ਨੇ ਖਾ ਜਾਣਾ। ਤੇ ਕਈ ਵਾਰ ਤੇਰੇ ਸਰੀਰ ਦੇ ਵਿੱਚ ਬਦਬੂ ਆਉਣ ਲੱਗ ਪਏ ਤੇ ਇਹਨਾਂ ਨੂੰ, ਦੇਹੀ ਨੂੰ, ਜਾਨਵਰਾਂ ਨੇ ਵੀ ਨਹੀਂ ਖਾਣਾ, ਇਹ ਇੱਥੇ ਗੱਲ ਸੜ ਜਾਣਾ, ਕੀੜਿਆਂ ਮਕੌੜਿਆਂ ਖਾ ਜਾਣਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਹੇ ਭਾਈ, ਆਪਣਾ ਭਾਵ ਛੱਡ ਦੇ, ਆਪ ਛੋੜ ਤੇ ਫਿਰ ਕਰਨਾ ਕੀ ਹੈ? ਬੇਨਤੀ ਕਰੋ, ਉਸ ਅੱਗੇ ਅਰਦਾਸ ਕਰੋ, ਉਹਦੇ ਅੱਗੇ ਬੇਨਤੀ ਕਰੋ। ਕਿਉਂ ਬੇਨਤੀ ਕਰਨੀ ਹੈ? ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਧ ਸੰਗ ਅਗਨ ਸਾਗਰ ਤਰੋ। ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ, ਜਿਹੜਾ ਸੰਸਾਰ ਦਾ ਸਮੁੰਦਰ ਹੈ ਨਾ, ਜਿਹਦੇ ਵਿੱਚ ਅੱਗ ਹੀ ਅੱਗ ਹੈ। ਅੱਗ ਕਿਹੜੀ ਹੈ? ਵਿਕਾਰਾਂ ਦੀ। ਕੋਈ ਲੋਭ ਵਿੱਚ ਗ੍ਰਸਿਆ ਹੋਇਆ, ਕੋਈ ਅਹੰਕਾਰ ਵਿੱਚ ਗ੍ਰਸਿਆ ਹੋਇਆ, ਕੋਈ ਮਨੁੱਖ ਕਾਮ ਵਿੱਚ ਗ੍ਰਸਿਆ ਹੋਇਆ। ਤੇ ਗੁਰੂ ਸਾਹਿਬ ਕਹਿੰਦੇ ਨੇ, ਹੇ ਭਾਈ, ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ, ਇਹ ਵਿਕਾਰਾਂ ਦੀ ਅੱਗ ਦੇ ਵਿੱਚ ਡੁੱਬਾ ਹੋਇਆ। ਇਹਦੇ ਵਿੱਚ ਉਬਾਲੇ ਨੇ, ਇਹਦੇ ਵਿੱਚ ਲਹਿਰਾਂ ਜਿਹੜੀਆਂ ਚੱਲ ਰਹੀਆਂ ਨੇ ਨਾ ਸੰਸਾਰ ਸਮੁੰਦਰ ਦੇ ਵਿੱਚ, ਉਹ ਅੱਗ ਦੀਆਂ ਨੇ। ਇਹ ਭਾਈ, ਇਸ ਤੋਂ ਬਚਣ ਵਾਸਤੇ ਫਿਰ ਸਾਧ ਸੰਗਤ ਵਿੱਚ ਰਹਿ। ਸਾਧ ਸੰਗ ਭਾਵ ਸਾਧ ਸੰਗਤ ਦੇ ਵਿੱਚ ਅਗਨ ਸਾਗਰ ਤਰੋ। ਇਹ ਸੰਸਾਰ ਸਮੁੰਦਰ ਜਿਹੜਾ ਅੱਗ ਰੂਪੀ ਸੰਸਾਰ ਸਮੁੰਦਰ ਹੈ, ਇਹਦੇ ਵਿੱਚੋਂ ਤਰ, ਇਹਦੇ ਵਿੱਚੋਂ ਲੰਘ ਜਾ। ਹਰ ਧਨ ਕੇ ਭਰ ਰਹਿਓ ਭੰਡਾਰ। ਫਿਰ ਸ਼ਰਵਣ ਕਰਿਓ ਜੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ, ਪ੍ਰਭੂ ਦਾਮ ਰੂਪੀ ਧਨ ਦੇ ਖਜ਼ਾਨੇ ਭਰ ਲੈ। ਭੰਡਾਰ ਕਹਿੰਦੇ ਨੇ ਖਜ਼ਾਨੇ ਨੂੰ। ਤੇ ਗੁਰੂ ਸਾਹਿਬ ਕਹਿੰਦੇ ਨੇ, ਹਰ ਧਨ ਕੇ ਭਰ ਲਿਓ ਭੰਡਾਰ। ਆਪਣੇ ਨਾਲ ਬੰਨਣਾ ਕੀ ਹੈ? ਪ੍ਰਮਾਤਮਾ ਦੇ ਨਾਮ ਰੂਪੀ ਖਜ਼ਾਨੇ ਨੂੰ। ਨਾਨਕ ਗੁਰ ਪੂਰੇ ਨਮਸਕਾਰ। ਅਤੇ ਆਪਣੇ ਸੱਚੇ ਸਤਿਗੁਰੂ ਨੂੰ ਨਮਸਕਾਰ ਕਰ, ਜਿਹੜਾ ਪੂਰਨ ਹੈ, ਜਿਹੜਾ ਇਸ ਧਰਤੀ ਦੇ ਉੱਤੇ ਪੂਰਾ ਹੈ। ਭਾਈ, ਉਸ ਸਤਿਗੁਰੂ ਨੂੰ ਨਮਸਕਾਰ ਕਰ, ਕਿਉਂਕਿ ਉਹਨੇ ਤੈਨੂੰ ਇਹ ਸਮਝਾ ਦਿੱਤਾ ਕਿ ਹੇ ਭਾਈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਹ ਗੁਰੂ ਨੇ ਸਮਝਾ ਦਿੱਤਾ, ਇਸ ਕਰਕੇ ਸੱਚੇ ਗੁਰੂ ਨੂੰ, ਸਤਿਗੁਰੂ ਨੂੰ ਨਮਸਕਾਰ ਕਰ। ਤੇ ਨਾਲ ਹੀ ਅੱਗੇ ਦੂਜੀ ਪੌੜੀ ਆਰੰਭ ਹੁੰਦੀ ਹੈ। ਦੂਜੇ ਪਦੇ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਇਹ ਭਾਈ, ਖੇਮ ਕਹਿੰਦੇ ਨੇ ਜਿਹੜਾ ਅਟਲ ਸੁੱਖ ਹੈ। ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਇਹ ਸ਼ਬਦ ਆਇਆ ਹੈ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਖੇਮ ਤੇ ਕੁਸਲ, ਕੱਕੇ ਨੂੰ ਔਂਕੜ, ਸੱਸਾ ਲੱਲਾ, ਕੁਸਲ। ਕੁਸਲ ਦਾ ਭਾਵ ਹੈ ਸੁੱਖ ਸਾਂਦ ਵਾਲਾ ਜੀਵਨ, ਸੌਖਾ ਜੀਵਨ। ਤੇ ਸਹਿਜ ਅਸੀਂ ਕਈ ਵਾਰ ਅਰਥ ਵਿਚਾਰੇ ਨੇ, ਆਤਮਿਕ ਅਡੋਲਤਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਖੇਮ ਕੁਸਲ ਸਹਿਜ ਆਨੰਦ। ਇਹ ਭਾਈ, ਤੈਨੂੰ ਅਟਲ ਸੁੱਖ ਤੇ ਸੌਖਾ ਜੀਵਨ ਤੇ ਆਤਮਿਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਵੇਗਾ। ਕਦੋਂ ਹੋਵੇਗਾ? ਗੁਰੂ ਸਾਹਿਬ ਕਹਿੰਦੇ ਨੇ, ਸਾਧ ਸੰਗ ਭਜ ਪਰਮਾਨੰਦ। ਕਹਿੰਦੇ ਤੂੰ ਸਾਧ ਸੰਗਤ ਵਿੱਚ ਆ ਕੇ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ, ਗੁਰੂ ਘਰ ਦੇ ਵਿੱਚ ਬੈਠ ਕੇ ਸਦਾ ਉਸ ਪਰਮਾਨੰਦ ਨੂੰ, ਜਿਹਨੇ, ਜਿਹੜੀ ਪਰਮ ਹਸਤੀ ਹੈ, ਉਹਨੂੰ ਸਿਮਰ। ਸਦਾ ਕਹਿ ਜਾ ਕੇ ਉੱਪਰ, ਸਤਨਾਮ ਸ੍ਰੀ ਵਾਹਿਗੁਰੂ। ਉੱਠਦਿਆਂ ਬੈਠਦਿਆਂ, ਚੱਲਦਿਆਂ ਫਿਰਦਿਆਂ, ਕਿਸੇ ਵੀ ਸਮੇਂ ਦੇ ਵਿੱਚ ਸਦਾ ਉਹਦੀ ਬੰਦਗੀ ਕਰ, ਉਹਦੇ ਨਾਮ ਦਾ ਸਿਮਰਨ ਕਰ। ਫਿਰ ਤੇਰੇ ਅੰਦਰ ਜਿਹੜਾ ਵਾ, ਉਹ ਅਟਲ ਸੁੱਖ ਜਿਹੜਾ ਕਦੇ ਨਹੀਂ ਜਾਂਦਾ, ਸਦਾ ਸੁੱਖ ਆ ਜਾਵੇਗਾ ਤੇ ਜੀਵਨ ਤੇਰਾ ਸੌਖਾ ਹੋ ਜਾਵੇਗਾ, ਹੌਲਾ ਫੁੱਲ ਵਰਗਾ ਹੋ ਜਾਵੇਗਾ, ਤੇਰੇ ਅੰਦਰ ਆਤਮਿਕ ਅਡੋਲਤਾ ਆ ਜਾਵੇਗੀ। ਤੇ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ,
नरक निवार उदारो जियो, गुण गोबिंद ਅੰਮ੍ਰਿਤ ਰਸ ਪੀਓ। ਗੁਰੂ ਸਾਹਿਬ ਕਹਿੰਦੇ ਨੇ ਕਿ हे ਭਾਈ, ਇਸ ਧਰਤੀ ਦੇ ਉੱਤੇ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਧਿਆਨ ਨਾਲ ਸਰਵਣ ਕਰਿਆ ਜੇ। ਜਿਹੜਾ ਧਰਤੀ ਦਾ ਪੈਦਾ ਕਰਨ ਵਾਲਾ, ਧਰਤੀ ਦਾ ਮਾਲਕ ਹੈ, ਉਸ ਪ੍ਰਮਾਤਮਾ ਨੂੰ, ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾ, ਉਹਦੇ ਨਾਮ ਨੂੰ ਸਿਮਰ, ਕਿਉਂਕਿ ਉਹਦਾ ਜਿਹੜਾ ਨਾਮ ਹੈ ਅੰਮ੍ਰਿਤ ਦਾ ਰਸ ਹੈ, ਤੇ ਉਹਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀ। ਇਸ ਪੀਣ ਦੇ ਨਾਲ ਕੀ ਹੋਵੇਗਾ? ਨਰਕ ਨਿਵਾਰ ਉਧਾਰੋ ਜੀਓ। ਉੱਪਰਲੀ ਪੰਕਤੀ ਧਿਆਨ ਦਿਓ ਕਿ ਜਦੋਂ ਤੂੰ ਅੰਮ੍ਰਿਤ ਰੂਪੀ ਪ੍ਰਮਾਤਮਾ ਦੇ ਨਾਮ ਦਾ ਰਸ ਪੀਏਗਾ ਨਾ, ਤੇ ਫਿਰ ਤੂੰ ਆਪਣੀ ਜਿੰਦ ਜਿਹੜੀ ਹੈ ਇਸ ਧਰਤੀ ਦੇ ਵਿੱਚ ਨਰਕਾਂ ਤੋਂ ਬਚਾ ਲਵੇਂਗਾ, ਨਰਕਾਂ ਤੋਂ ਦੂਰ ਕਰ ਲਵੇਂਗਾ। ਨਰਕ ਨਿਵਾਰ, ਨਿਵਾਰ ਦਾ ਅਰਥ ਹੈ ਹਟਾ, ਹਟਾ ਲੈਣਾ, ਉਧਾਰੂ ਬਚਾ ਲੈਣਾ, ਤੇ ਜੀਓ ਜਿੰਦ। ਇਸ ਜਿੰਦ ਨੂੰ ਹੈ ਭਾਈ ਨਰਕਾਂ ਤੋਂ ਤੂੰ ਬਚਾ ਸਕਦਾ ਹੈ, ਪਰ ਕਿਸ ਤਰ੍ਹਾਂ? ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀ। ਤੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਚਿਤ ਚਿਤਵਹੁ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਇਹ ਭਾਈ, ਜਿਸ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ, ਏਕ ਰੂਪ, ਇੱਕ ਰੂਪ ਹੁੰਦਿਆਂ ਹੋਇਆਂ ਵੀ ਉਹਦੇ ਰੰਗ ਜਿਹੜੇ ਨੇ ਅਨੇਕ ਨੇ। ਏਕ ਰੂਪ ਜਾ ਕੇ ਰੰਗ ਅਨੇਕ। ਹੈ ਭਾਈ, ਜਿਹੜਾ ਅਕਾਲ ਪੁਰਖ ਹੈ ਤੇ ਇੱਕ ਹੀ, ਇੱਕ ਓੰਕਾਰ ਜਿਹੜਾ ਹੈ ਤੇ ਇੱਕੋ ਹੈ ਭਾਈ, ਇੱਕੋ ਹੈ। ਉਹਦੇ ਨਾਲ ਉਹਦੇ ਵਰਗਾ ਹੋਰ ਕੋਈ ਨਹੀਂ, ਦੂਜਾ ਕੋਈ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਕਿ हे ਭਾਈ, ਉਸ ਅਕਾਲ ਪੁਰਖ ਦੇ ਨਾਮ ਨੂੰ ਸਿਮਰ। ਚਿਤ ਚਿਤਵਹੁ ਨਾਰਾਇਣ ਏਕ। ਇਹ ਭਾਈ, ਉਹ ਇੱਕ ਪ੍ਰਭੂ ਜਿਹੜਾ ਹੈ, ਉਹਦੇ ਨਾਮ ਨੂੰ ਧਿਆਨ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਧਿਆਨ ਦੇ ਨਾਲ ਪੜ੍ਹਨਾ ਕਰੋ। ਚਿੱਤ ਵਿੱਚ, ਚਿੱਤ ਚਿੱਚੇ ਸਿਹਾਰੀ ਤੱਤੀ ਸਿਹਾਰੀ, ਚਿੱਤ, ਚਿੱਤ ਦੇ ਅੰਦਰ। ਚਿਤਵਹੁ ਸੋਚੋ। ਇਹ ਭਾਈ, ਉਸ ਇੱਕ ਪ੍ਰਭੂ ਦਾ ਧਿਆਨ ਚਿੱਤ ਵਿੱਚ ਧਰੋ, ਤੇ ਇਹਦੇ ਨਾਲ ਹੋਏਗਾ ਕਿ ਜਿਸ ਅਕਾਲ ਪੁਰਖ ਦੇ ਅਨੇਕਾਂ ਰੰਗ ਨੇ, ਉਸ ਇੱਕ ਅਕਾਲ ਪੁਰਖ ਨੂੰ ਧਿਆਉਣਾ ਕਰੋ, ਕਿਉਂਕਿ ਇਸ ਧਰਤੀ ਦੇ ਉੱਤੇ ਹੈ ਹੀ ਉਹ ਇੱਕ। ਤੇ ਜਿਹੜਾ ਮਨੁੱਖ ਫਿਰ ਉਹਦੇ ਗੁਣਾਂ ਨੂੰ ਗਾਉਂਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ, ਗੋਪਾਲ ਦਾਮੋਦਰ ਦੀਨ ਦਇਆਲ। ਧਿਆਨ ਨਾਲ ਸਰਵਣ ਕਰਿਓ ਜੀ। ਗੋਪਾਲ, ਧਰਤੀ ਨੂੰ ਪਾਲਣ ਵਾਲਾ, ਗੋ ਮੀਨਜ਼ ਧਰਤੀ, ਪਾਲ ਪਾਲਣ ਵਾਲਾ। ਇਹ ਭਾਈ, ਦਾਮੋਦਰ ਜਿਹੜਾ ਇਸ ਧਰਤੀ ਨੂੰ ਪਾਲਣ ਵਾਲਾ ਹੈ, ਜਿਹੜਾ ਦਇਆ ਦਾ ਘਰ ਹੈ, ਉਸ ਪ੍ਰਮਾਤਮਾ ਨੂੰ ਸਿਮਰ। ਜਿਹੜਾ ਇੱਕ ਅਕਾਲ ਪੁਰਖ ਹੈ, ਜਿਹਦੇ ਰੰਗ ਅਨੇਕ ਨੇ, ਇਹ ਭਾਈ ਉਹਨੂੰ ਆਪਣੇ ਚਿੱਤ ਵਿੱਚ ਧਰ, ਉਹਦੇ ਇਹ ਪ੍ਰਮਾਤਮਾ ਦੇ ਸਿਮਰਨ ਨੂੰ ਆਪਣੇ ਮਨ ਵਿੱਚ ਵਸਾ, ਕਿਉਂਕਿ ਦੁਖ ਭੰਜਨ ਪੂਰਨ ਕਿਰਪਾਲ। ਜਿੱਥੇ ਉਹ ਗੋਪਾਲ, ਦਾਮੋਦਰ, ਦੀਨ, ਦਇਆ ਕਰਨ ਵਾਲਾ, ਦੀਨਾਂ ਉੱਤੇ, ਗਰੀਬਾਂ ਉੱਤੇ ਰਹਿਮਤ ਕਰਨ ਵਾਲਾ, ਦਇਆਵਾਨ ਹੋ ਕੇ, ਇਹ ਭਾਈ ਉਹਦੇ ਨਾਮ ਨੂੰ ਸਿਮਰ। ਉਹਦੇ ਨਾਮ ਨੂੰ ਸਿਮਰਨ ਦੇ ਨਾਲ ਹੋਵੇਗਾ ਕਿ ਸਤਿਗੁਰੂ ਜੀ ਕਹਿੰਦੇ ਨੇ, ਦੁੱਖ ਭੰਜਨ, ਉਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਪੂਰਨ ਕਿਰਪਾਲ, ਕਿਉਂ ਉਹਦਾ ਸਿਮਰਨ ਕਰਨਾ ਹੈ? ਕਿਉਂਕਿ ਉਹ ਪੂਰਨ ਹੈ, ਉਹ ਅਧੂਰਾ ਨਹੀਂ, ਉਹ ਪੂਰਾ ਹੈ। ਇਸ ਧਰਤੀ ਦੇ ਉੱਤੇ ਉਹ ਵਿਆਪਕ ਹੈ, ਮਿਹਰ ਦਾ ਘਰ ਹੈ। ਉਹਦੇ ਸ਼ਰਨ ਵਿੱਚ ਆ ਜਾ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਸਤਿਗੁਰੂ ਜੀ ਕਹਿੰਦੇ ਨੇ, हे ਭਾਈ, ਉਹਦੇ ਨਾਮ ਨੂੰ ਬਾਰ-ਬਾਰ ਸਿਮਰ, ਕਿਉਂਕਿ ਇਸ ਧਰਤੀ ਦੇ ਉੱਤੇ ਉਹ ਆਨੰਦ ਦੇਣ ਵਾਲਾ ਹੈ, ਪਰਮਾਨੰਦ ਹੈ, ਉਹ ਉਧਾਰ ਕਰਨ ਵਾਲਾ ਹੈ। ਉਹਦੇ ਨਾਮ ਦਾ ਰਸ ਜਿਹੜਾ ਹੈ, ਉਹ ਅੰਮ੍ਰਿਤ ਰੂਪੀ ਹੈ, ਉਹ ਹੈ ਇੱਕ। ਉਹਨੂੰ ਚਿੱਤ ਵਿੱਚ ਰੱਖ,
ਕਿਉਂਕਿ ਉਹ ਇੱਕ ਹੁੰਦਾ ਹੋਇਆ ਵੀ ਅਨੇਕਾਂ ਰੰਗਾਂ ਦੇ ਵਿੱਚ ਸਮੋਇਆ ਹੋਇਆ। ਉਹ ਦਇਆ ਗਰੀਬਾਂ ਦੇ ਉੱਤੇ ਦਇਆਵਾਨ ਹੈ, ਜਿਨ੍ਹਾਂ ਦੀ ਰੱਖਿਆ ਕਰਨ ਵਾਲਾ ਹੈ ਉਹ ਪੂਰਨ, ਜਿਹੜਾ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਇਸ ਲਈ ਇਹ ਭਾਈ ਉਹਨੂੰ ਵਾਰ-ਵਾਰ ਸਿਮਰ, ਵਾਰ-ਵਾਰ ਉਹਦੇ ਨਾਮ ਨੂੰ ਜਪ। ਨਾਨਕ ਜੀ ਕਾ ਇਹ ਆਧਾਰ। ਜਦੋਂ ਜੀ ਸ਼ਬਦ ਪੜ੍ਹਦੇ ਆ ਨਾ, ਜੀਜੇ ਨੂੰ ਸਿਹਾਰੀ ਜੀ, ਹਾਂਜੀ, ਵੀਰ ਜੀ, ਇੱਥੇ ਜਿਹੜਾ ਸ਼ਬਦ ਹੈ ਇਹਦੇ ਨਾਲ ਐੜਾ ਪਿਛੇਤਰ ਲਾਇਆ ਗਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ, ਜਦੋਂ ਜੀ ਨੂੰ ਲੰਮਾ ਕਰ ਦੇਵਾਂਗੇ ਫਿਰ ਐੜਾ ਪੜਿਆ ਜਾਵੇਗਾ ਜੀ। ਜੀ ਆ ਨਹੀਂ ਪੜਨਾ, ਜੀ ਆ। ਕਈ ਸ਼ਬਦ ਇਸ ਤਰ੍ਹਾਂ ਪੜ੍ਹਦੇ ਨੇ, ਇਦਾਂ ਨਹੀਂ ਪੜਨਾ ਭਾਈ। ਜਦੋਂ ਜੀ ਨੂੰ ਲਮਕਾ ਦਾਂਗੇ ਤੇ ਐੜੇ ਦੀ ਆਵਾਜ਼ ਆਵੇ ਜਾਵੇਗੀ। ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਜੀ ਕਾ ਇਹ ਆਧਾਰ। ਇਹ ਭਾਈ ਇਸ ਧਰਤੀ ਦੇ ਉੱਤੇ ਆਪਣੇ ਜਿੰਦ, ਜੀ ਦਾ ਅਰਥ ਹੈ ਜਿੰਦ, ਜੀ ਕਾ, ਜਿੰਦ ਦਾ ਜਿਹੜਾ ਆਸਰਾ ਹੈ, ਆਧਾਰ ਹੈ, ਉਹ ਕਿਹੜਾ ਹੈ? ਪਰਮਾਤਮਾ ਦਾ ਨਾਮ। ਆਪਣੀ ਜਿੰਦ ਦਾ ਆਸਰਾ ਜਿਹੜਾ ਹੈ ਉਹ ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ ਨੂੰ ਬਣਾ ਲੈ, ਕਿਉਂਕਿ ਉਹਦਾ ਨਾਮ ਜਿਹੜਾ ਹੈ ਉਹ ਬੜਾ ਹੀ ਮਿੱਠਾ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਜਿਹੜੇ ਮਨ ਦੇ ਅੰਦਰ ਚਿੰਤਾ ਨੇ ਉਹਨਾਂ ਨੂੰ ਖਤਮ ਕਰ ਦਿੰਦਾ ਹੈ, ਉਹ ਮਨ ਦੇ ਅੰਦਰ ਆਨੰਦ ਲਿਆ ਦਿੰਦਾ ਹੈ। ਇਸ ਲਈ हे ਭਾਈ, ਉਸ ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਧਾਰ ਬਣਾ ਲੈ, ਆਸਰਾ ਬਣਾ ਲੈ। ਤੇ ਸਤਿਗੁਰੂ ਜੀ ਅੱਗੇ ਤੀਜੇ ਪਦੇ ਅੰਦਰ ਬਖਸ਼ਿਸ਼ ਕਰਦੇ ਨੇ, ਉੱਤਮ ਸ਼ਲੋਕ ਸਾਧ ਕੇ ਬਚਨ, ਅਮੂਲੀਕ ਲਾਲ ਇਹ ਰਤਨ। ਉੱਤਮ ਸ਼ਲੋਕ, ਸ਼ਲੋਕ ਦਾ ਭਾਵ ਅਰਥ ਹੈ ਜਿਹੜੀ ਬਾਣੀ ਹੈ, ਸਿਫਤ ਸਲਾਹ ਦੀ ਉਚਾਰਨ ਕੀਤੀ ਹੋਈ। ਤੇ ਗੁਰੂ ਸਾਹਿਬ ਕਹਿੰਦੇ ਨੇ ਉੱਤਮ ਸ਼ਲੋਕ, ਜਿਹੜੀ ਸਿਫਤ ਸਲਾਹ ਦੀ ਬਾਣੀ ਉੱਤਮ ਹੈ, ਕਿਹੜੀ ਹੈ? ਸਾਧ ਕੇ ਬਚਨ। ਸਾਧ ਇੱਥੇ ਸ਼ਬਦ ਜਿਹੜਾ ਲਿਆ ਨਾ, ਉਹ ਗੁਰੂ ਦੇ ਬਾਬਤ ਲਿਆ, ਕਿ ਜਿਹੜੇ ਉੱਤਮ ਸ਼ਲੋਕ ਨੇ ਅਸਲ ਵਿੱਚ ਉਹ ਗੁਰੂ ਦੇ ਬਚਨ, ਜਿਹੜੇ ਗੁਰੂ ਦੇ ਬਚਨ ਹੈ ਨਾ, ਇਹ ਉੱਤਮ ਨੇ, ਜਿਹਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੈ। ਜਿਸ ਬਾਣੀ ਦੇ ਅੰਦਰ ਉਸ ਪ੍ਰਮਾਤਮਾ ਨੂੰ ਵਡਿਆ ਗਿਆ ਹੈ। ਇਹ ਭਾਈ ਇਹ ਕਿੰਨੇ ਕੁ ਉੱਤਮ ਨੇ? ਤੇ ਗੁਰੂ ਸਾਹਿਬ ਕਹਿੰਦੇ ਨੇ ਅਮੁਲੀਕ ਲਾਲ, ਧਿਆਨ ਨਾਲ ਸਰਵਣ ਕਰਿਆ ਜੀ, ਇਹ ਰਤਨ, ਇਹ ਜਿਹੜੇ ਰਤਨ ਨੇ ਨਾ ਇਹ ਅਮੋਲਕ ਨੇ, ਇਹਨਾਂ ਦਾ ਮੁੱਲ ਕੋਈ ਨਹੀਂ। ਇਹ ਜਿਹੜੇ ਲਾਲ ਨੇ ਨਾ, ਭਾਵ ਗੁਰੂ ਦੇ ਬਚਨ ਨੇ, ਇਹ ਲਾਲਾਂ ਤੋਂ ਵੀ ਉੱਤਮ ਨੇ, ਇਹ ਰਤਨਾਂ ਹੀਰਿਆਂ ਤੋਂ ਵੀ ਉੱਤਮ ਨੇ। ਇਹ ਭਾਈ ਇਸ ਕਰਕੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ। ਸਤਿਗੁਰੂ ਜੀ ਨਾਲ ਹੀ ਅੱਗੇ ਬਖਸ਼ਿਸ਼ ਕਰਦੇ ਨੇ, ਜਿੱਥੇ ਉੱਪਰ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜੇ ਸ਼ਲੋਕ ਨੇ, ਭਾਵ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਜਿਹੜੀ ਹੈ, ਇਹ ਗੁਰੂ ਦੇ ਬਚਨ ਜਿਹੜੇ ਨੇ ਬੜੇ ਹੀ ਉੱਤਮ ਨੇ, ਜਿਹਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ। ਕਿੰਨੇ ਉੱਤਮ ਨੇ? ਜਿੰਨੇ ਲਾਲ ਹੀਰੇ ਰਤਨ ਜਵਾਹਰਾਤ ਜਿਹੜੇ ਨੇ ਨਾ, ਇਹ ਉਹਨਾਂ ਤੋਂ ਵੀ ਉੱਤਮ ਨੇ, ਇਹਨਾਂ ਦਾ ਕੋਈ ਮੁੱਲ ਨਹੀਂ। ਲਾਲਾਂ ਦਾ, ਹੀਰਿਆਂ ਦਾ ਤੇ ਮੁੱਲ ਪੈ ਜਾਂਦਾ, ਸੰਸਾਰ ਦੇ ਲੋਕੀ ਖਰੀਦ ਸਕਦੇ ਨੇ, ਪਰ ਪ੍ਰਮਾਤਮਾ ਦੇ ਨਾਮ ਦੀ ਬਾਣੀ ਨੂੰ ਕੋਈ ਖਰੀਦ ਨਹੀਂ ਸਕਦਾ। ਹਾਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਪੈਸੇ ਦੇ ਕੇ ਲਿਆ ਸਕਦੇ ਹਾਂ, ਪਰ ਕੀ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਹ ਆਨੰਦ ਪ੍ਰਾਪਤ ਕਰ ਸਕਦੇ ਹਾਂ? ਕਦੇ ਨਹੀਂ। ਜਿੰਨਾ ਮਰਜ਼ੀ ਮਨੁੱਖ ਜ਼ੋਰ ਲਾ ਲਵੇ, ਜਿੰਨੀ ਮਰਜ਼ੀ ਤਾਕਤ ਲਾ ਲਵੇ, ਪਰ ਉਹ ਬਾਣੀ ਕੇਵਲ ਗੁਰੂ ਦੇ ਮੁਖ ਤੋਂ ਉਚਾਰੀ ਗਈ ਹੈ, ਤੇ ਉਹ ਹਿਰਦੇ ਵਿੱਚ, ਉਸੇ ਹਿਰਦੇ ਵਿੱਚ ਟਿਕੇਗੀ ਜਿਸ ਹਿਰਦੇ ਘਰ ਨੂੰ ਪ੍ਰਮਾਤਮਾ ਦਾ ਸੇਵਕ, ਗੁਰੂ ਦਾ ਸੇਵਕ ਜਿਹੜਾ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ, ਭਾਂਡਾ ਧੋਏ ਬੈ ਸਤੂਪ ਦੇਵ, ਤਉ ਦੂਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਕਹਿੰਦੇ ਜਿਸ ਤਰ੍ਹਾਂ ਭਾਂਡਾ ਧੋ ਕੇ ਨਾ ਤੇ ਦੁੱਧ ਨੂੰ ਲੈਣ ਵਾਸਤੇ ਜਾਣਾ, ਇਸੇ ਤਰ੍ਹਾਂ ਫਿਰ ਤੈਨੂੰ ਆਪਣੇ ਹਿਰਦੇ ਰੂਪੀ ਜਿਹੜਾ ਭਾਂਡਾ, ਇਹਨੂੰ ਚੱਜ ਨਾਲ ਸਾਫ਼ ਕਰਕੇ ਮਾਂਜ ਕੇ ਲੈ ਕੇ ਜਾ। ਇਹਦੇ ਵਿੱਚ ਅਹੰਕਾਰ ਨਾ ਹੋਵੇ, ਕਾਮ ਨਾ ਹੋਵੇ, ਕਾਮ ਦੇ ਵਿੱਚ ਗ੍ਰਸਿਆ ਨਾ ਹੋਵੇ, ਲੋਭ ਦੇ ਵਿੱਚ ਨਾ ਗ੍ਰਸਿਆ ਹੋਵੇ। ਇਹਨੂੰ ਐਨ ਮਾਂਜ ਲੈ, ਤੇ ਫਿਰ ਇਹਦੇ ਵਿੱਚ ਪ੍ਰਮਾਤਮਾ ਦੇ ਨਾਮ ਰੂਪੀ ਬਚਨਾਂ ਨੂੰ, ਉਹਦੇ ਗੁਣਾਂ ਨੂੰ ਪਾ। ਤੇ ਗੁਣ ਕਿੱਦੋਂ ਮਿਲਣਗੇ? ਗੁਰੂ ਦੀ ਬਾਣੀ ਵਿੱਚੋਂ। ਤੇ ਜੇ ਤੂੰ ਸੋਚੇ ਕਿ ਮੈਂ ਇਹ ਗੁਣ ਮੁੱਲ ਲੈ ਲਵਾਂ, ਮੈਂ ਇਹ ਬਾਣੀ ਜਿਹੜੀ ਹੈ
ਖਰੀਦ ਲਵਾਂ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਖਰੀਦੀ ਨਹੀਂ ਜਾ ਸਕਦੀ, ਇਹ ਮੁੱਲ ਨਹੀਂ ਲਈ ਜਾ ਸਕਦੀ, ਇਹ ਤੇ ਭਾਵਨਾ ਦੇ ਨਾਲ ਹੈ। ਇੱਥੇ ਵੀ ਗੁਰੂ ਅਰਜਨ ਪਾਤਸ਼ਾਹ ਜੀ ਉਸ ਪ੍ਰਮਾਤਮਾ ਦੇ ਗੁਰੂ ਦੀ ਬਾਣੀ ਦੇ ਬਚਨ ਜਿਹੜੇ ਨੇ ਨਾ, ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਜਿਹੜੀ ਹੈ ਗੁਰੂ ਨੇ ਕੀਤੀ ਭਾਈ, ਉਹਦੇ ਬਾਬਤ ਆਖਦੇ ਨੇ ਕਿ ਇਹ ਅਮੋਲਕ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ, ਪਰਮਾਤਮਾ ਦੇ ਨਾਮ ਰੂਪੀ ਬਚਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ। ਜੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਸੁਨਤ ਕਮਾਵਤ ਹੋਤ ਉਦਾਰ, ਆਪ ਤਰੈ ਲੋਕਹਿ ਨਿਸਤਾਰ। ਕਹਿੰਦੇ ਫਿਰ ਜਿਹੜਾ ਮਨੁੱਖ ਇਹਨਾਂ ਬਚਨਾਂ ਨੂੰ ਸੁਣਦਾ ਹੈ ਤੇ ਸੁਣ ਕੇ ਉਹਨਾਂ ਦੀ ਕਮਾਈ ਕਰਦਾ ਹੈ, ਉਹਦਾ ਫਿਰ ਇਸ ਧਰਤੀ ਦੇ ਉੱਤੇ ਉਧਾਰ ਹੋ ਜਾਂਦਾ, ਬੇੜਾ ਪਾਰ ਹੋ ਜਾਂਦਾ। ਇਸ ਭਵਜਲ ਸਮੁੰਦਰ ਦੇ ਵਿੱਚ ਉਹਦਾ ਸਰੀਰ ਰੂਪੀ ਬੇੜਾ ਫਿਰ ਉਹਦੀ ਧਰਤੀ ਦੇ ਉੱਤੇ ਆਏ ਹੋਏ ਦਾ ਨਿਸਤਾਰਾ ਹੋ ਜਾਂਦਾ ਹੈ। ਤੇ ਫਿਰ ਜਿੱਥੇ ਆਪਣਾ ਨਿਸਤਾਰਾ ਹੁੰਦਾ ਹੈ, ਉੱਥੇ ਆਪ ਤਰੈ, ਉਹ ਆਪ ਤਰ ਜਾਂਦਾ ਹੈ ਸੰਸਾਰ ਸਮੁੰਦਰ ਦੇ ਵਿੱਚੋਂ, ਤੇ ਲੋਕਹਿ ਨਿਸਤਾਰ, ਤੇ ਲੋਕਾਂ ਦਾ ਵੀ ਨਿਸਤਾਰਾ ਕਰ ਦਿੰਦਾ ਹੈ, ਲੋਕਾਂ ਨੂੰ ਵੀ ਆਪਣੇ ਨਾਲ ਜਿਹੜਾ ਪਾਰ ਲੰਘਾ ਲੈਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਆਪ ਤਰਹਿ ਲੋਕਹਿ ਨਿਸਤਾਰ, ਸੁਨਤ ਕਮਾਵਤ ਹੋਤ ਉਦਾਰ, ਆਪ ਤਰਹਿ ਲੋਕਹਿ ਨਿਸਤਾਰ, ਕਿ ਉਹ ਆਪ ਵੀ ਤਰ ਜਾਂਦਾ ਹੈ ਤੇ ਲੋਕਾਂ ਨੂੰ ਵੀ ਆਪਣੇ ਨਾਲ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਨੇ, ਉਹਦੇ ਸੱਜਣ ਮਿੱਤਰ, ਉਹਦੇ ਸਾਕ ਸੰਬੰਧੀ, ਉਹਨਾਂ ਨੂੰ ਵੀ ਨਾਲ ਤਾਰ ਲੈਂਦਾ ਹੈ, ਸੰਗੀ ਸਾਥੀਆਂ ਨੂੰ ਵੀ ਤਾਰ ਲੈਂਦਾ ਹੈ। ਸਫਲ ਜੀਵਨ ਸਫਲਤਾ ਕਾ ਸੰਗ। ਹੇ ਭਾਈ, ਉਸ ਮਨੁੱਖ ਦੀ ਜ਼ਿੰਦਗੀ ਦੀਆਂ ਮੁਰਾਦਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ। ਸਫਲ ਜੀਵਨ ਸਫਲਤਾ ਕਾ ਸੰਗ। ਇਸ ਸੰਸਾਰ ਦੇ ਉੱਤੇ ਉਹਦਾ ਜੀਵਨ ਵੀ ਸਫਲ ਹੋ ਜਾਂਦਾ ਹੈ, ਉਹਦੇ ਮਨ ਦੀਆਂ ਮੁਰਾਦਾਂ ਵੀ ਪੂਰੀਆਂ ਹੋ ਜਾਂਦੀਆਂ ਹਨ, ਤੇ ਜਿਹੜੇ ਉਹਦੇ ਸੰਗੀ ਸਾਥੀ ਆ ਨਾ, ਜਿਹੜੇ ਉਹਦੀ ਸੰਗਤ ਕਰਦੇ ਨੇ, ਉਹਦੇ ਨਾਲ ਤੁਰਦੇ ਨੇ ਭਾਈ, ਉਹਨਾਂ ਨੂੰ ਵੀ ਸਫਲ ਜੀਵਨ ਮਿਲਦਾ ਹੈ, ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਜਾ ਕੈ ਮਨ ਲਾਗਾ ਹਰ ਰੰਗ, ਪਰ ਸ਼ਰਤ ਹੈ ਕਿ ਜਿਹਦੇ ਮਨ ਵਿੱਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ। ਇਹ ਨਹੀਂ ਵੀ ਹੁਣ ਸਾਡੇ ਨਾਲ ਕੋਈ 4 ਜੀ ਗੁਰਦੁਆਰੇ ਆ ਜਾਣ, ਅਸੀਂ ਆਖੀਏ ਵੀ ਹੁਣ ਅਸੀਂ ਗੁਰਦੁਆਰੇ ਨਿਤਨੇਮ ਕਰਨੇ ਤੇ ਇਹਨਾਂ ਦਾ ਵੀ ਨਿਸਤਾਰਾ ਹੋ ਜਾਵੇ, ਅਸੀਂ ਅਰਦਾਸਾਂ ਬੇਨਤੀ ਕਰੇ। ਭਾਈ ਗੁਰੂ ਸਭ ਦੀ ਮੰਨਦਾ ਹੈ, ਪਰ ਮਨ ਵਿੱਚ ਇਹ ਜ਼ਰੂਰ ਰੱਖਣਾ ਕਿ ਜਿਹਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਹੋਵੇ, ਫਿਰ ਉਹੀ ਐਸਾ ਕਰਮ ਕਰ ਸਕਦਾ ਹੈ। ਉਹਦਾ ਕਿਉਂਕਿ ਜੀਵਨ ਆਪਣਾ ਸਫਲ ਜੀਵਨ ਬਣ ਜਾਂਦਾ ਹੈ, ਉਹ ਆਪਣੀਆਂ ਮੁਰਾਦਾਂ ਪੂਰੀਆਂ ਕਰਾਉਂਦਾ ਤੇ ਦੂਸਰਿਆਂ ਦੀਆਂ ਵੀ ਮੁਰਾਦਾਂ ਪੂਰੀਆਂ ਕਰਾ ਸਕਦਾ ਹੈ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਭੇਜਿਆ ਸੀ, ਤੇ ਮਨ ਦੀ ਮੁਰਾਦ ਸੀ ਕਿ ਘਰ ਵਿੱਚ ਬਾਲਕ ਜਨਮ ਲਵੇ, ਤੇ ਬਾਬਾ ਬੁੱਢਾ ਜੀ ਨੇ ਫਿਰ ਰਹਿਮਤ ਕੀਤੀ ਸੀ, ਗੁਰੂ ਅੱਗੇ ਅਰਦਾਸ ਕੀਤੀ, ਪ੍ਰਸ਼ਾਦਾ ਛਕ ਕੇ ਆਖਿਆ ਸੀ, ਮਾਂ ਗੰਗਾ ਤੇਰੇ ਘਰ ਯੋਧਾ ਪੈਦਾ ਹੋਵੇਗਾ, ਐਸਾ ਯੋਧਾ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਸਿਰ ਭੰਨੇਗਾ। ਐਸਾ ਜੀਵਨ ਵਾਲਾ ਫਿਰ ਗੁਰਮੁਖ ਜਿਹੜਾ ਵਾ ਉਹ ਆਪ ਵੀ ਤੇ ਆਪਣੇ ਸੰਗੀਆਂ ਨੂੰ ਵੀ ਤਰਾ ਲੈਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ। ਇਹ ਭਾਈ ਜਿਹੜਾ ਮਨੁੱਖ ਜੈ ਜੈ ਸ਼ਬਦ, ਫਤਿਹ ਦੀ ਆਵਾਜ਼, ਚੜ੍ਹਦੀ ਕਲਾ ਦੀ ਜਿਹੜੀ ਰੌਂ ਆ ਨਾ, ਚੜ੍ਹਦੀ ਕਲਾ ਦੀ ਜਿਹੜੀ ਆਵਾਜ਼ ਹੈ, ਇਹ ਭਾਈ ਜਿਹਦੇ ਅੰਦਰ ਇੱਕ ਰਸ ਅਨਾਹਦ ਵਾਜੇ। ਅਨਾਹਦ ਕਹਿੰਦੇ ਨੇ ਇੱਕ ਰਸ ਜਿਹੜਾ ਸਦਾ ਹੀ ਚੱਲਦਾ ਰਹੇ, ਉਹ ਵਾਜਾ ਜਿਹੜਾ ਵੱਜਦਾ ਹੈ ਅੰਦਰ ਭਾਈ, ਗੁਰੂ ਸਾਹਿਬ ਕਹਿੰਦੇ ਨੇ ਜਿਸ ਦੇ ਅੰਦਰ ਚੜ੍ਹਦੀ ਕਲਾ ਦੀ ਰੌਂ ਦਾ ਸਦਾ ਵਾਜਾ ਵੱਜਦਾ ਹੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ। ਗਾਜੇ ਕਹਿੰਦੇ ਨੇ ਗੱਜ ਦਾ, ਉਹਦੇ ਮੁੱਖ ਉੱਤੇ ਨੂਰ ਚਮਕਦਾ ਹੈ ਭਾਈ, ਜਿਸ ਨੂੰ ਸੁਣ ਕੇ ਭਾਵ ਮਹਿਸੂਸ ਕਰਕੇ ਉਹ ਖੁਸ਼ ਹੁੰਦਾ ਹੈ, ਤੇ ਉਹ ਪ੍ਰਭੂ ਉਸ ਦੇ ਅੰਦਰ ਆਪਣਾ ਨੂਰ ਰੋਸ਼ਨ ਕਰਦਾ ਹੈ। ਉਹ ਫਿਰ ਇਸ ਸੰਸਾਰ ਦੇ ਉੱਤੇ ਪ੍ਰਗਟ ਹੋ ਕੇ ਹੋਕਾ ਦਿੰਦਾ ਹੈ ਕਿ ਭਾਈ ਪ੍ਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ, ਪ੍ਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ,
ਗੁਰੂ ਸਾਹਿਬ ਕਹਿੰਦੇ ਨੇ ਜਿਹਦੇ ਅੰਦਰ ਐਸਾ ਵਾਜਾ ਵੱਜ ਜਾਂਦਾ ਹੈ, ਉਹ ਆਪ ਵੀ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਤੇ ਦੂਸਰਿਆਂ ਨੂੰ ਵੀ ਉੱਚੀ ਉੱਚੀ ਹੋਕਾ ਦੇ ਕੇ ਉਸ ਨਾਮ ਦੇ ਨਾਲ ਜੁੜਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੇ ਸਾਥੈ, ਨਾਨਕ ਉਦਰੇ ਤਿਨ ਕੈ ਸਾਥੇ। ਗੁਰੂ ਸਾਹਿਬ ਕਹਿੰਦੇ ਨੇ, ਗੋਪਾਲ ਭਾਵ ਧਰਤੀ ਦਾ ਪਾਲਣ ਵਾਲਾ, ਇਸ ਸੰਸਾਰ ਦੇ ਉੱਤੇ ਜਿਨ੍ਹਾਂ ਪ੍ਰਭੂ ਦੇ ਨਾਮ ਵਿੱਚ ਆਪਣਾ ਚਿੱਤ ਜੋੜਿਆ ਹੈ, ਉਹ ਇਸ ਧਰਤੀ ਦੇ ਉੱਤੇ ਉਸ ਬੰਦੇ ਦੇ ਮੱਥੇ ਉੱਤੇ ਉਹ ਉੱਚੇ ਗੁਣ ਪ੍ਰਗਟ ਹੋ ਜਾਂਦੇ ਹਨ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ। ਮਹਾਂਤ ਕਹਿੰਦੇ ਨੇ ਉੱਚੀ ਕਰਨੀ ਵਾਲਾ ਮਨੁੱਖ। ਉਸ ਉੱਚੀ ਕਰਨੀ ਵਾਲੇ ਮਨੁੱਖ ਦੇ ਮੱਥੇ ਉੱਤੇ ਫਿਰ ਗੋਪਾਲ ਧਰਤੀ ਦੇ ਪਾਲਣ ਵਾਲੇ ਦੇ ਜਿਹੜੇ ਗੁਣ ਨੇ ਉਹ ਪ੍ਰਗਟ ਹੋ ਜਾਂਦੇ ਨੇ। ਤੇ ਨਾਨਕ ਉਦਰੇ ਤਿਨ ਕੈ ਸਾਥੇ, ਕਹਿੰਦੇ ਅਜਿਹੇ ਬੰਦੇ ਨਾਲ ਹੋਰ ਕਈ ਮਨੁੱਖਾਂ ਦਾ ਫਿਰ ਜਿਹੜਾ ਬੇੜਾ ਪਾਰ ਹੋ ਜਾਂਦਾ, ਉਹ ਸਫਲ ਹੋ ਜਾਂਦੇ ਨੇ। ਉਹਨਾਂ ਦਾ ਆਪਣਾ ਆਇਆ ਸਫਲਾ ਤੇ ਉਹ ਦੂਸਰਿਆਂ ਨੂੰ ਵੀ ਸਫਲ ਬਣਾ ਦਿੰਦੇ ਹਨ। ਤੇ ਅੱਗੇ ਚੌਥੇ ਪਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਇਹ ਭਾਈ ਸਰਨ ਜੋਗ ਤੇਰੇ ਦਰ ਦੇ ਉੱਤੇ, ਹੇ ਪ੍ਰਭੂ ਇਹ ਸੁਣ ਕੇ ਕਿ ਤੂੰ ਦਰ ਢੱਠਿਆਂ ਦੀ ਬਾਂਹ ਫੜਨ ਜੋਗਾ ਹੈ। ਜਿਹੜੇ ਢੱਠ ਚੁੱਕੇ ਆ ਨਾ, ਜਿਹੜੇ ਨਿਢਾਲ ਹੋ ਚੁੱਕੇ ਨੇ ਕਿ ਸਾਡਾ ਕੁਝ ਬਣਨਾ ਨਹੀਂ, ਸਾਡਾ ਪਾਰ ਉਤਾਰਾ ਨਹੀਂ ਹੋਣਾ, ਅਸੀਂ ਤੇ ਹੁਣ ਕੀ ਕਰ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਵੀ ਸਰਨ ਜੋਗ ਸੁਣ ਸਰਨੀ ਆਏ, ਢੱਠਿਆਂ ਦੀ ਬਾਂਹ ਫੜਨ ਜੋਗਾ ਜਦੋਂ ਇਹ ਕੰਨਾਂ ਦੇ ਨਾਲ ਸੁਣਿਆ ਜਾਂਦਾ ਨਾ ਕਿ ਗੁਰੂ ਨਾਨਕ ਦੇ ਘਰ ਦਾ ਦਰ ਉੱਚਾ ਹੈ, ਪਰਮੇਸ਼ਰ ਦਾ ਦਵਾਰ ਉੱਚਾ ਹੈ, ਤੇ ਫਿਰ ਉਹ ਉਹਦੇ ਦਰ ਉੱਤੇ ਆਉਂਦੇ ਹਨ। ਇੱਥੇ ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀ ਅਸਾਂ ਦੀ ਗੱਲ ਕੀਤੀ, ਸਾਰਿਆਂ ਦੀ ਸਾਂਝਿਆਂ ਦੀ। ਉਹਦੇ ਵਿੱਚ ਜਿਸ ਤਰ੍ਹਾਂ ਮੈਂ ਵੀ ਆ ਗਿਆ, ਤੁਸੀਂ ਵੀ ਆ ਗਏ, ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਅਸੀਂ ਤੇਰੇ ਦਰ ਤੇ ਆਏ ਹਾਂ, ਕਿਉਂਕਿ ਅਸੀਂ ਸੁਣਿਆ ਕਿ ਤੂੰ ਦਰ ਢੱਠਿਆਂ ਦੀ ਬਾਂਹ ਫੜਨ ਜੋਗਾ ਹੈ। ਤੇ ਕਰ ਕਿਰਪਾ ਪ੍ਰਭ ਆਪ ਮਿਲਾਏ, ਤੂੰ ਮਿਹਰ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ ਹੈ। ਅਸੀਂ ਹੁਣ ਤੇਰੇ ਕੋਲ ਆਏ ਹਾਂ, ਤੂੰ ਰਹਿਮਤ ਕੀਤੀ ਹੈ ਕਿ ਸਾਨੂੰ ਦਰ ਢੱਠਿਆਂ ਨੂੰ ਬਾਂਹ ਫੜਾ ਕੇ ਆਪਣੇ ਨਾਲ ਮੇਲ ਲਿਆ ਹੈ। ਮਿਟ ਗਏ ਬੈਰ ਭਏ ਸਭ ਰੀਨ, ਹੁਣ ਸਾਡੇ ਅੰਦਰ ਜਿਹੜੇ ਵੈਰ ਸਨ ਉਹ ਖਤਮ ਹੋ ਗਏ, ਕਿਉਂਕਿ ਅਸੀਂ ਸਮਝ ਲਿਆ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਸੀਂ ਸਮਝ ਲਿਆ ਸੀ ਕਿ ਅਸਲ ਵਿੱਚ ਉਹੀ ਪੂਰਨ ਹੈ, ਅਸੀਂ ਉਹਦੀ ਹੀ ਆਰਾਧਨਾ ਕਰਨੀ ਹੈ, ਉਹਦਾ ਹੀ ਨਾਮ ਸਿਮਰਨਾ ਹੈ। ਜਦੋਂ ਅਸੀਂ ਇਹ ਸਮਝ ਲਿਆ ਤੇ ਫਿਰ ਅਸੀਂ ਉਹਦੇ ਸਿਮਰਨ ਵਿੱਚ ਜੁੜ ਕੇ ਅਸੀਂ ਆਪਣੇ ਮਨ ਦੇ ਅੰਦਰ ਜਿਹੜੇ ਵੈਰ ਸਨ ਕਿ ਉੱਚੀ ਜਾਤ ਦਾ, ਇਹ ਨੀਵੀਂ ਜਾਤ ਦਾ, ਇਹ ਕਾਲੇ ਰੰਗ ਦਾ, ਇਹ ਗੋਰੇ ਰੰਗ ਦਾ, ਇਹ ਗਰੀਬ ਹੈ, ਇਹ ਅਮੀਰ ਹੈ, ਇਹਦੇ ਕਾਰਨ ਅਸੀਂ ਜਿਹੜੇ ਵੈਰ ਵਿਰੋਧ ਵਧਾ ਲਏ ਸਨ, ਮਨ ਦੇ ਅੰਦਰ ਹੰਕਾਰ ਵਧਾ ਲਿਆ ਸੀ, ਉਹ ਹੁਣ ਮਿਟ ਗਏ। ਮਿਟ ਗਏ ਬੈਰ ਭਏ ਸਭ ਰੇਨ, ਅਸੀਂ ਸਭ ਦੇ ਪੈਰਾਂ ਦੀ ਹੁਣ ਖਾਕ ਹੋ ਗਏ ਹਾਂ। ਅੰਮ੍ਰਿਤ ਨਾਮ ਸਾਧ ਸੰਗ ਲੈਣ, ਹੁਣ ਸਾਧ ਸੰਗਤ ਵਿੱਚ ਅੰਮ੍ਰਿਤ ਕਰਨ ਵਾਲਾ ਨਾਮ ਜਿਹੜਾ ਹੈ ਉਹ ਸਦਾ ਅਸੀਂ ਸਤਿਗੁਰੂ ਜੀ ਜਪ ਰਹੇ ਹਾਂ। ਸੋ ਪ੍ਰਸੰਨ ਪਏ ਗੁਰਦੇਵ, ਹੁਣ ਗੁਰਦੇਵ ਜੀ ਸਾਡੇ ਉੱਤੇ ਤੁਰਠ ਪਏ ਹਨ। ਪੂਰਨ ਹੋਈ ਸੇਵਕ ਕੀ ਸੇਵ, ਇਸ ਵਾਸਤੇ ਹੁਣ ਸਾਡੀ ਸੇਵਕਾਂ ਦੀ ਸੇਵਾ ਜਿਹੜੀ ਹੈ ਸਿਰੇ ਚੜ ਗਈ ਹੈ। ਆਲ ਜੰਜਾਲ ਵਿਕਾਰ ਤੇ ਰਹਤੇ, ਅਸੀਂ ਹੁਣ ਘਰ ਦੇ ਧੰਦਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ। ਜਿਹੜੇ ਅਸੀਂ ਵਿਕਾਰ ਭੋਗਦੇ ਸਾਂ, ਆਲ ਜੰਜਾਲ, ਘਰ ਦੇ ਧੰਦੇ, ਆਸੇ ਪਾਸੇ ਦੀਆਂ ਗੱਲਾਂ ਜਿਨ੍ਹਾਂ ਦੇ ਨਾਲ ਸਾਡੇ ਅੰਦਰ ਵਿਕਾਰ ਪੈਦਾ ਹੁੰਦੇ ਸਨ, ਹੁਣ ਅਸੀਂ ਉਹਨਾਂ ਵਿਕਾਰਾਂ ਤੋਂ ਬਚ ਗਏ ਹਾਂ। ਰਾਮ ਨਾਮ ਸੁਨ ਰਸਨਾ ਕਹਤੇ, ਹੁਣ ਤੇ ਸਦਾ ਅਸੀਂ ਪ੍ਰਭੂ ਦਾ ਨਾਮ ਸੁਣ ਕੇ ਤੇ ਜੀਭ ਨਾਲ ਉਸ ਨਾਮ ਨੂੰ ਉਚਾਰਦੇ ਹਾਂ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਹੇ ਪ੍ਰਭੂ ਰਹਿਮਤ ਕਰ, ਕਿਉਂਕਿ ਤੂੰ
ਆਪਣੀ ਰਹਿਮਤ ਸਦਕਾ ਸਾਰਿਆਂ ਨੂੰ ਦਇਆ ਦੀ ਦਇਆ ਨਾਲ ਦੇਖਦਾ ਹੈ। ਤੇ ਹੁਣ ਇਸ ਧਰਤੀ ਦੇ ਉੱਤੇ, ਕਿਉਂਕਿ ਅਸੀਂ ਪ੍ਰਭੂ ਦਾ ਨਾਮ ਸੁਣ ਕੇ ਇਸ ਜੀਵ ਦੇ ਨਾਲ ਵੀ ਹੁਣ ਉਹਦਾ ਨਾਮ ਉਚਾਰਦੇ ਹਾਂ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਪ੍ਰਭੂ ਨੇ ਮਿਹਰ ਕਰਕੇ ਹੁਣ ਸਾਡੇ ਉੱਤੇ ਦਇਆ ਕੀਤੀ ਹੈ। ਕਰ ਪ੍ਰਸਾਦ, ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਕਰ ਪ੍ਰਮਾਤਮਾ ਨੇ, ਪ੍ਰਭੂ ਨੇ ਕਿਰਪਾ ਕੀਤੀ ਹੈ, ਦਇਆ, ਤੇ ਸਾਡੇ ਉੱਤੇ ਦਇਆ ਕੀਤੀ ਹੈ, ਰਹਿਮਤ ਕੀਤੀ ਹੈ। ਪ੍ਰਭ ਧਾਰੀ, ਪ੍ਰਭੂ ਨੇ ਦਇਆ ਧਾਰ ਕੇ ਸਾਡੇ ਉੱਤੇ ਕਿਰਪਾ ਕੀਤੀ ਹੈ। ਕਿਹੜੀ? ਨਾਨਕ ਨਿਭੈ ਖੇਪ ਹਮਾਰੀ, ਕਿ ਜਿਹੜਾ ਅਸੀਂ ਪ੍ਰਮਾਤਮਾ ਦਾ ਨਾਮ ਜਪਿਆ ਹੈ, ਰਸਨਾ ਦੇ ਨਾਲ ਹੁਣ ਪ੍ਰਮਾਤਮਾ ਦਾ ਨਾਮ ਸਿਮਰਦੇ ਹਾਂ। ਜਿਹੜਾ ਸਾਡਾ ਮਨ ਵਿਕਾਰੀ ਸੀ, ਉਹ ਤੋਂ ਅਸੀਂ ਦੌੜ ਗਏ ਹਾਂ। ਹੁਣ ਤੇ ਸਾਡੇ ਉੱਤੇ ਗੁਰੂ ਤਰੁੱਠ ਪਿਆ ਹੈ। ਅਸੀਂ ਸਤ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਲੈਣ ਜਾਂਦੇ ਹਾਂ। ਸਾਡੇ ਅੰਦਰ ਦੇ ਜਿਹੜੇ ਵੈਰ ਸਨ, ਵਿਰੋਧ ਸਨ, ਉਹ ਮਿਟ ਗਏ ਹਨ। ਅਸੀਂ ਹੁਣ ਇਹ ਪ੍ਰਮਾਤਮਾ ਤੇਰੀ ਸ਼ਰਨੀ ਆਏ ਹਾਂ। ਇਸ ਕਰਕੇ ਇਹ ਸਤਿਗੁਰੂ ਜੀ, ਜਦੋਂ ਅਸੀਂ ਤੇਰੀ ਸ਼ਰਨ ਆ ਕੇ ਆਪਣੇ ਮਨ ਦੇ ਅੰਦਰੋਂ ਵੈਰ ਮਿਟਾ ਦਿੱਤੇ, ਤੇਰਾ ਨਾਮ ਜਪਿਆ, ਤੇ ਜਦੋਂ ਅਸੀਂ ਇਹ ਨਾਮ ਦਾ ਸੌਦਾ ਕੀਤਾ, ਫਿਰ ਇਹ ਖੇਪ ਹਮਾਰੀ, ਜਿਹੜੀ ਖੇਪ ਸੀ ਨਾ, ਜਿਹੜਾ ਅਸੀਂ ਨਾਮ ਦਾ ਹੁਣ ਸੌਦਾ ਲੱਦਿਆ ਹੋਇਆ ਸੀ ਆਪਣੇ ਕੋਲ, ਇਹ ਨਿਭ ਗਈ, ਕਬੂਲ ਹੋ ਗਈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਉਸ ਪ੍ਰਮਾਤਮਾ ਨੇ ਸਾਡੀ ਜਿਹੜੀ ਵਣਜ ਸੀ ਆਪਣੇ ਦਰਗਾਹੇ ਕਬੂਲ ਕਰ ਲਈ ਹੈ, ਕਿਉਂਕਿ ਅਸੀਂ ਆਪਣਾ ਆਪ ਮਿਟਾ ਦਿੱਤਾ ਤੇ ਗੁਰੂ ਦਾ ਬਖਸ਼ਿਆ ਹੋਇਆ ਬਚਨ ਜਿਹੜਾ ਸੀ ਉਹ ਕਮਾ ਲਿਆ। ਕਿਉਂਕਿ ਪੂਰੇ ਗੁਰ ਕਾ ਸੁਣ ਉਪਦੇਸ਼, ਅਸੀਂ ਇੱਥੋਂ ਆਰੰਭ ਕੀਤਾ ਸੀ ਨਾ, ਪਹਿਲੇ ਪਦੇ ਤੋਂ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਪੂਰੇ ਗੁਰੂ ਦਾ ਜਦੋਂ ਉਪਦੇਸ਼ ਸੁਣਿਆ, ਫਿਰ ਮਨ ਦੇ ਅੰਦਰ ਜਿਹੜਾ ਵੈਰ ਵਿਰੋਧ ਦਾ ਅਹੰਕਾਰ ਸੀ ਉਹ ਮਿਟ ਗਿਆ। ਜਿਹੜੀਆਂ ਕਾਮ ਵਾਸ਼ਨਾਵਾਂ ਸਨ ਉਹ ਖਤਮ ਹੋ ਗਈਆਂ। ਹੁਣ ਸਦਾ ਉਸ ਪ੍ਰਮਾਤਮਾ ਦਾ ਨਾਮ ਚੱਲਦਾ ਹੈ। ਤੇ ਜਦੋਂ ਨਾਮ ਦਾ ਸੌਦਾ ਕੀਤਾ ਨਾ, ਨਾਮ ਦਾ ਵਿਹਾਰ ਕੀਤਾ, ਜਦੋਂ ਨਾਮ ਧਨ ਖਟਿਆ, ਤੇ ਫਿਰ ਉਸੇ ਦਰਗਾਹ ਦੇ ਉੱਤੇ ਜਿਹੜਾ ਵਾ ਉਹ ਨਾਮ ਧਨ ਜਿਹੜਾ ਸੀ ਉਹ ਕਬੂਲ ਹੋ ਗਿਆ। ਸੋ ਇਹ ਚਾਰ ਪਦਿਆਂ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਅੱਜ ਬਖਸ਼ਿਸ਼ ਕੀਤੀ ਹੈ। ਇਹ ਸਮਝਾਇਆ ਹੈ ਕਿ ਭਾਈ, ਇਸ ਧਰਤੀ ਦੇ ਉੱਤੇ ਸਦਾ ਉਹਦੇ ਗੁਣ ਗਾ, ਉਹਦੇ ਨਾਮ ਦੇ ਨਾਲ ਜੁੜਿਆ ਰਹਿ, ਤੇ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਸੱਚੇ ਸਤਿਗੁਰੂ ਦੀ ਜੋ ਬਖਸ਼ਿਸ਼ ਕੀਤੀ ਹੋਈ ਬਾਣੀ ਹੈ ਉਹਨੂੰ ਜਪ, ਉਹਨੂੰ ਅਰਾਧ, ਉਹਦੇ ਵਿੱਚ ਜੋ ਉੱਤਮ ਗੁਣ ਨੇ ਪ੍ਰਮਾਤਮਾ ਦੇ, ਉਹਨਾਂ ਨੂੰ ਧਾਰਨ ਕਰ ਲੈ, ਆਪਣੇ ਅੰਦਰੋਂ ਅਵਗੁਣ ਕੱਢ ਦੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਸੋ ਅੱਜ ਇਸ ਪਾਵਨ ਬਾਣੀ ਦੇ ਚਾਰ ਪਦੇ ਅਸੀਂ ਵਿਚਾਰੇ ਨੇ। ਕੱਲ੍ਹ ਇਸ ਬਾਣੀ ਦੀ ਸਮਾਪਤੀ ਹੋਵੇਗੀ। ਅੱਗੇ ਜੋ ਸੰਗਤਾਂ ਦਾ ਜੋ ਵੀ ਹੁਕਮ ਹੋਵੇਗਾ, ਆਪ ਸਭ ਸੰਗਤਾਂ ਨੇ WhatsApp ਨੰਬਰ ਆਪ ਜੀ ਦੇ ਕੋਲ ਗਰੁੱਪਾਂ ਦੇ ਵਿੱਚ ਹਨ। ਉਹਨਾਂ ਗਰੁੱਪਾਂ ਦੇ ਵਿੱਚ ਜਿਹੜੇ, ਜਾਂ ਗਰੁੱਪ ਦੇ ਵਿੱਚ ਹੀ ਤੁਸੀਂ ਲਿਖ ਕੇ ਪਾ ਸਕਦੇ ਜੇ, ਜਾਂ ਪਰਸਨਲੀ ਜਿਹੜਾ ਵਾ ਉਹ ਗਿਆਨੀ ਪਰਮਜੀਤ ਸਿੰਘ ਜੀ, ਭਾਈ ਲਖਬੀਰ ਸਿੰਘ ਜੀ, ਜਾਂ ਦਾਸ ਦਾ ਨੰਬਰ ਜੋ ਆਪ ਜੀ ਨੋਟ ਵੀ ਕਰਨਾ ਚਾਹੋ ਤਾਂ ਮੈਂ ਬੋਲ ਦਿੰਦਾ ਹਾਂ। ਗਿਆਨੀ ਪਰਮਜੀਤ ਸਿੰਘ ਜੀ, ਜਿਨ੍ਹਾਂ ਦਾ ਨੰਬਰ ਹੈ 881 ਮਾਫ ਕਰਨਾ 8871110013 887113 ਇਹ ਗਿਆਨੀ ਪਰਮਜੀਤ ਸਿੰਘ ਜੀ ਦਾ ਨੰਬਰ ਹੈ। ਭਾਈ ਲਖਬੀਰ ਸਿੰਘ ਜੀ ਦਾ 9915525054 9915225054 ਇਹ ਭਾਈ ਲਖਬੀਰ ਸਿੰਘ ਜੀ ਦਾ, ਉਹਨਾਂ ਦਾ ਨੰਬਰ ਹੈ। ਦਾਸ ਦਾ ਨੰਬਰ ਹੈ 8591201770। ਫਿਰ ਨੋਟ ਕਰ ਲਓ 8591201770। ਤੁਸੀਂ ਇਹ ਬਾਅਦ ਵਿੱਚ ਵੀ ਜਿਹੜਾ ਵਾ ਕਲਾਸ ਦੇ ਵਿੱਚੋਂ ਨੰਬਰ ਜਿਹੜਾ ਵਾ ਤੁਸੀਂ ਲੈ ਸਕਦੇ ਜੀ, ਕਿਉਂਕਿ ਫੇਸਬੁੱਕ 'ਤੇ ਵੀ ਲਾਈਵ ਚੱਲ ਰਿਹਾ ਹੈ। ਆਪ ਸਭ ਸੰਗਤ ਨੇ ਜਿਹੜਾ ਵਾ ਉਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨੀ ਕਿ ਅਗਲੇਰੀ ਬਾਣੀ ਜਿਹੜੀ ਹੈ ਉਹ ਕਿਹੜੀ ਵਿਚਾਰ ਕੀਤੀ ਜਾਵੇ। ਹੋ ਸਕੇ ਤੇ ਅੱਜ ਸਾਰੇ ਆਪਣੇ ਮਨਾਂ ਵਿੱਚ ਤੁਸੀਂ ਜਿਹੜਾ ਵਾ ਉਹ ਆਪਣੇ ਮਨ ਦੀ ਜਿਹੜੀ ਗੱਲ ਹੈ, ਜਾਂ ਆਪਣੇ ਮਨ ਦੇ ਅੰਦਰ ਜਿਹੜਾ ਵਾ ਉਹ ਸੁਚੇਤ ਹੋ ਕੇ ਰਾਤ ਨੂੰ ਬੈਠ ਕੇ ਸੋਚੋ ਕਿ ਅਸੀਂ ਅਗਲੇਰੀ ਬਾਣੀ ਕਿਹੜੀ ਵਿਚਾਰਨੀ ਹੈ। ਫਿਰ ਵੀ ਕੱਲ੍ਹ 11 ਵਜੇ ਦੀ ਕਲਾਸ ਵਿੱਚ
ਅਸੀਂ ਵੀ ਵਿਚਾਰ ਕਰਦੇ ਹਾਂ, ਇੱਕ ਦੋ ਬਾਣੀਆਂ ਅਸੀਂ ਆਪ ਜੀ ਦੇ ਸਾਹਮਣੇ ਰੱਖਾਂਗੇ, ਜਿਹੜੀ ਫਿਰ ਸੰਗਤ ਦਾ ਸਹਿਯੋਗ ਹੋਵੇਗਾ ਉਸ ਬਾਣੀ ਨੂੰ ਅਸੀਂ ਪਰਸੋਂ ਫਿਰ ਆਰੰਭ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਜੇ ਕਿਸੇ ਦਾ ਕੋਈ ਅੱਜ ਦੀ ਕਲਾਸ ਬਾਬਤ ਸਵਾਲ ਹੋਵੇ ਤੇ ਉਹ ਆਪਣਾ ਮਾਈਕ ਜਿਹੜਾ ਵਾ ਉਹ ਅਨਮਿਊਟ ਕਰਕੇ ਸਵਾਲ ਕਰ ਸਕਦਾ ਹੈ, ਕਿਉਂਕਿ ਆਪ ਜੀ ਦੇ ਮਾਈਕ ਜਿਹੜੇ ਨੇ ਉਹ ਅਨਮਿਊਟ ਕਰ ਦਿੱਤੇ ਗਏ ਹਨ। ਜੇ ਕਿਸੇ ਦਾ ਅੱਜ ਦੀ ਕਲਾਸ ਬਾਬਤ ਕੋਈ ਸਵਾਲ ਹੋਵੇ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਅੱਜ ਦਾ ਸਵਾਲ ਹੋਵੇ ਤੇ ਉਹ ਆਪਣਾ ਸਵਾਲ ਕਰ ਸਕਦਾ ਹੈ। ਹਾਂਜੀ, ਵਾਹਿਗੁਰੂ ਜੀ। ਠੀਕ ਹੈ ਜੀ, ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੇ ਬੜੇ ਹੀ ਅਦਭੁਤ ਸਤਿਕਾਰ ਦੇ ਨਾਲ ਬੈਠ ਕੇ ਕਾਫੀ ਸੰਗਤਾਂ ਨੇ ਅੱਜ ਹਾਜ਼ਰੀ ਲਵਾਈ ਹੈ। ਸੋ ਆਪ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਆਓ ਅੰਤ ਗੁਰ ਫਤਿਹ ਦੇ ਨਾਲ ਸਾਂਝ ਬਣਾਈਏ। ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।